ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਕੈਂਸਰ ਦੇ ਟੈਸਟ ਜਿਹੜੇ ਆ ਉਹ ਹਰ ਇੱਕ ਪਿੰਡ ਦੇ ਵਿੱਚ ਹੋਣ ਔਰ ਹਰ ਇੱਕ ਪਿੰਡ ਨੂੰ ਆਪਣੇ ਪਿੰਡ ਦੇ ਬਾਹਰ ਬੋਰਡ ਲਾਉਣਾ ਚਾਹੀਦਾ ਹੈ ਕਿ ਇਹ ਪਿੰਡ ਜਿਹੜਾ ਹੈ ਕੈਂਸਰ ਮੁਕਤ ਪਿੰਡ ਹੈ। ਸੀ ਉਹ ਡਿਪੈਂਡ ਕਰਦਾ ਤੁਹਾਡੇ ਪੇਰੈਂਟਸ 'ਤੇ ਵੀ ਤੁਸੀਂ ਆਪਣੇ ਬੱਚੇ ਵੱਲ ਕਿੰਨਾ ਕੁ ਧਿਆਨ ਦਿੰਦੇ ਹੋ। ਸੀ ਆਪਾਂ ਵੀ ਹਾਂ, ਅਸੀਂ ਤੇ ਗਨ ਕਲਚਰ ਵਾਲਾ ਟਰੈਕ ਨਹੀਂ ਹੁੰਦੇ ਪਏ। ਜਿਵੇਂ ਆਪਾਂ ਗੁਰਦੁਆਰਾ ਸਾਹਿਬ 'ਚ ਜਾਂਦੇ ਹਾਂ, ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਮੱਥਾ ਟੇਕਣਾ ਤੇ ਸਿਖਾਉਂਦੇ ਹਾਂ ਆਪਣੇ ਬੱਚਿਆਂ ਨੂੰ, ਬਟ ਮੈਂ ਸੋਚਦੀ ਹਾਂ ਵੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਮੈਡੀਸਿਨ ਹੈ। ਅਸੀਂ ਮੈਡੀਸਿਨ ਦੇ ਸਾਹਮਣੇ ਮੱਥਾ ਟੇਕੀ ਜਾ ਰਹੇ ਹਾਂ ਪਰ ਉਹ ਮੈਡੀਸਿਨ ਖਾ ਨਹੀਂ ਰਹੇ। ਨੰਬਰ 1 ਇੱਕ ਤਾਂ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਹੀ ਟੇਕਿਆ ਜਾ ਰਿਹਾ, ਬਸ ਉਹਦੇ 'ਤੇ ਅਮਲ ਨਹੀਂ ਕੀਤਾ ਜਾ ਰਿਹਾ। ਇਟਸ ਅ ਬਿਗ ਬਹੁਤ ਵੱਡੀ ਗੱਲ ਹੈ, ਕਿਉਂਕਿ ਉਹਦੇ ਵਿੱਚ ਜੋ ਲਿਖਿਆ ਉਹ ਕੋਈ ਅਮਲ ਹੀ ਨਹੀਂ ਕਰਦਾ। ਸਭ ਤੋਂ ਵੱਡੀ ਬੇਅਦਬੀ ਤਾਂ ਇਹੀ ਹੈ। ਮੈਂ ਅਕਾਲੀ ਦਲ ਨਹੀਂ ਜੁਆਇਨ ਕਰ ਰਹੀ, ਮੈਂ ਹੱਥ ਜੋੜੇ ਸੀਗੇ ਉਹਨਾਂ ਦੇ ਅੱਗੇ ਕਿ ਮੈਂ ਨਹੀਂ ਜੁਆਇਨ ਕਰ ਰਹੀ। ਹਾਂ, ਇਹ ਜ਼ਰੂਰ ਸੀਗਾ ਕਿ ਆਈ ਵਾਜ਼ ਜੁਆਇਨਿੰਗ ਆਮ ਆਦਮੀ ਪਾਰਟੀ ਬਿਕਾਜ਼ ਮੈਨੂੰ ਵਧੀਆ ਲੱਗਦੀ ਸੀਗੀ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਮੈਂ ਹਾਂ ਨੀਰੂ ਚਲਵਾਨ, ਮੇਰੇ ਨਾਲ ਅਦਾਕਾਰ ਤੋਂ ਹੁਣ ਮੈਂ ਕਹਾਂ ਸੰਸਥਾਪਕ ਬਣ ਚੁੱਕੇ ਮਾਈ ਭਾਗੋ ਫਾਊਂਡੇਸ਼ਨ ਦੇ। ਸਭ ਤੋਂ ਪਹਿਲਾਂ ਤਾਂ ਇੰਨੀ ਸਾਰੀ ਚੀਜ਼ਾਂ ਮਤਲਬ ਕਿਸਾਨ ਅੰਦੋਲਨ ਤੋਂ ਇੱਕ ਵੱਖਰਾ ਰੂਪ ਦੇਖਦੇ ਆਪਾਂ ਸੋਨੀਆ ਮਾਨ ਨੂੰ ਹੁਣ ਦੇਖ ਰਹੇ ਹਾਂ ਸਿਹਤ ਮੇਲਾ ਆਯੋਜਨ ਕਰਨ ਜਾ ਰਹੀ ਹੈ। ਬੇਸਿਕਲੀ ਇਟਸ ਵੈਰੀ ਇੰਪੋਰਟੈਂਟ ਸਿਹਤ ਮੇਲਾ ਵਾਸਤੇ ਬਿਕਾਜ਼ ਇੱਕ ਚੀਜ਼ ਤੋਂ ਦੂਜੀ ਚੀਜ਼ ਕਨੈਕਟਡ ਆ ਹਰ ਕੋਈ। ਸੋ ਪਿੱਛੇ ਮੈਂ ਮਿਲੀ ਸੀਗੀ ਕੁਲਵੰਤ ਸਿੰਘ ਧਾਲੀਵਾਲ ਜੀ ਨੂੰ, ਜਿਨ੍ਹਾਂ ਦੀਆਂ ਵਰਲਡ ਕੈਂਸਰ ਕੇਅਰ ਵਾਲੇ ਜਿਨ੍ਹਾਂ ਦੀਆਂ ਬੱਸਿਸ 'ਤੇ ਉਹ ਕੈਂਸਰ ਦਾ ਟੈਸਟ ਕਰਦੇ ਨੇ ਉਹ ਬੱਸਿਸ ਦੇ ਵਿੱਚ। ਸੋ ਉਹਨਾਂ ਨਾਲ ਮੇਰੀ ਜੋ ਡਿਸਕਸ਼ਨ ਹੋਈ, ਹੀ ਟੋਲਡ ਮੀ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਵਿੱਚ ਉਹਨਾਂ ਦੀ ਮੀਟਿੰਗ ਹੋਈ ਸੀਗੀ UN ਦੇ ਵਿੱਚ, ਐਂਡ ਉਹਨਾਂ ਨੇ ਕਿਹਾ ਕਿ ਆਪਾਂ ਨੂੰ ਕੈਂਸਰ ਦੇ ਪ੍ਰਤੀ ਐਜੂਕੇਟ ਕਰਨਾ ਚਾਹੀਦਾ ਆ ਫਾਰਮਰਸ ਨੂੰ, ਸਾਰਿਆਂ ਨੂੰ, ਕਿਉਂਕਿ ਆਪਣੇ ਖਾਣ ਪਾਣ ਤੋਂ ਪੀਣ ਤੋਂ ਹੀ ਕੈਂਸਰ ਆ ਰਹੀ ਹੈ। ਸੋ ਹੀ ਉਹਨਾਂ ਨੂੰ ਲੱਗਾ ਕਿ ਆਈ ਵਾਜ਼ ਵੈਰੀ ਐਕਟਿਵ ਇਨ ਕਿਸਾਨ ਅੰਦੋਲਨ ਐਂਡ ਮੋਰਲੀ ਆਈ ਐਮ ਕਨੈਕਟਿਡ ਟੂ ਦੈਮ ਆਲਸੋ। ਮੈਂ ਜਾਂਦੀ ਰਹਿੰਦੀ ਪਿੰਡਾਂ ਦੇ ਵਿੱਚ ਐਂਡ ਮੈਂ ਜਾਟ ਮਹਾਸਭਾ ਦੇ ਨਾਲ ਵੀ ਮੈਨੂੰ ਇਹਨਾਂ ਨੇ ਬਣਾਇਆ ਸੀਗਾ। ਸੋ ਆਈ ਯੂਜ਼ਲੀ ਟਰੈਵਲ ਟੂ ਹਰਿਆਣਾ, ਪੰਜਾਬ ਐਂਡ ਰਾਜਸਥਾਨ। ਸੋ ਮੈਂ ਸੋਚਿਆ ਕਿ ਕਿਉਂ ਨਾ ਅਸੀਂ ਕਿਸਾਨ ਮਜ਼ਦੂਰ ਸਿਹਤ ਮੇਲਾ ਕਰਵਾਇਆ ਜਾਵੇ। ਸੋ ਬੇਸਿਕਲੀ ਆਈ ਬਿਲੋਂਗ ਟੂ ਅੰਮ੍ਰਿਤਸਰ ਐਂਡ ਰਾਜਸਥਾਨ ਸੀ। ਸੋ ਮੈਂ ਸੋਚਿਆ ਵੀ ਗੁਰੂ ਰਾਮਦਾਸ ਜੀ ਦੀ ਨਗਰੀ ਹੈ, ਸੋ ਅਸੀਂ ਇਸ ਮੇਲੇ ਦਾ ਨਾਮ ਗੁਰੂ ਰਾਮਦਾਸ ਜੀ ਰੱਖਦੇ ਹਾਂ। ਸੋ ਉਹਨਾਂ ਦੇ ਨਾਮ ਤੋਂ ਅਸੀਂ ਇਸ ਮੇਲੇ ਦਾ ਨਾਮ ਰੱਖਿਆ ਗੁਰੂ ਰਾਮਦਾਸ ਜੀ ਕਿਸਾਨ ਮਜ਼ਦੂਰ ਸਿਹਤ ਮੇਲਾ, ਔਰ ਜਿਹਦੇ ਵਿੱਚ ਅਸੀਂ ਕਿਸਾਨਾਂ ਦੇ ਪਿੰਡਾਂ 'ਚ ਜਾ ਕੇ ਐਜੂਕੇਟ ਕਰ ਰਹੇ ਹਾਂ ਕਿ ਜਿਨ੍ਹਾਂ ਦੇ ਪਿੰਡ 'ਚ ਛੱਪੜ ਜਿਹਦੇ ਵਿੱਚ ਗੰਦ ਪੈਂਦਾ ਸਾਰੇ ਪਿੰਡ ਦਾ, ਸੋ ਉਹਨੂੰ ਅਸੀਂ ਪੱਕਿਆਂ ਕਰਵਾਈਏ 3 ਲੇਅਰਸ ਦੇ ਵਿੱਚ, ਸੋ ਦੈਟ ਕਿ ਜਿਹੜਾ ਪਾਣੀ ਹੈ ਥੱਲੇ ਉਹਨਾਂ ਦੇ ਪੀਣ ਵਾਲੇ ਬੋਰ ਵਾਲੇ ਪਾਣੀ ਦੇ ਨਾਲ ਕਨੈਕਟ ਨਾ ਹੋਵੇ ਔਰ ਉਹ ਪੀਣਗੇ ਅਤੇ ਉਹਨਾਂ ਨੂੰ ਕੈਂਸਰ ਹੋਊਗਾ। ਵੀ ਹੈਵ ਸੀਨ ਸੋ ਮੈਨੀ ਫੈਮਲੀਜ਼ ਜਿਨ੍ਹਾਂ ਦੇ ਛੱਪੜ ਦੇ ਆਲੇ ਦੁਆਲੇ ਜਿਹੜੀਆਂ ਰਹਿ ਰਹੀਆਂ ਸੀਗੀਆਂ ਉਹਨਾਂ ਨੂੰ ਕੈਂਸਰ ਹੋ ਗਿਆ। ਐਂਡ ਉਸ ਤੋਂ ਇਲਾਵਾ ਜਿਵੇਂ ਅਸੀਂ ਐਜੂਕੇਟ ਕਰ ਰਹੇ ਹਾਂ ਕਿ ਜਿਹੜਾ ਮਾਝੇ ਦੇ ਵਿੱਚ ਜਿਹੜੀਆਂ ਨਹਿਰੀ ਪਾਣੀ ਆਉਂਦਾ ਉਹਦੇ ਉੱਤੇ ਕੋਈ ਫੈਕਟਰੀਜ਼ ਅਤੇ ਇੰਡਸਟਰੀਜ਼ ਨਹੀਂ ਹੈਗੀਆਂ। ਉਹ ਪਾਣੀ ਜਿਹੜਾ ਉਹ ਟੈਂਕੀਆਂ 'ਚ ਜਾਣਾ ਚਾਹੀਦਾ ਹੈ ਔਰ ਉੱਥੇ ਫਿਲਟਰ ਲੱਗਣੇ ਚਾਹੀਦੇ ਆ। ਉਹ ਪਾਣੀ ਲੋਕਾਂ ਦੇ ਘਰ ਤੱਕ ਜਾਣਾ ਚਾਹੀਦਾ ਹੈ। ਉਹ ਲੋਕਾਂ ਨੂੰ ਪਾਣੀ ਸੇਵਨ ਕਰਨਾ ਚਾਹੀਦਾ ਬਿਕਾਜ਼ ਉਹ 'ਚ ਕੈਮੀਕਲਸ ਨਹੀਂ ਹੈਗੇ, ਉਹ ਵਧੀਆ ਪਾਣੀ ਹੈ। ਐਂਡ ਉਸ ਤੋਂ ਇਲਾਵਾ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਕੈਂਸਰ ਦੇ ਟੈਸਟ ਜਿਹੜੇ ਉਹ ਹਰ ਇੱਕ ਪਿੰਡ ਦੇ ਵਿੱਚ ਹੋਣ ਔਰ ਹਰ ਇੱਕ ਪਿੰਡ ਨੂੰ ਆਪਣੇ ਪਿੰਡ ਦੇ ਬਾਹਰ ਬੋਰਡ ਲਾਉਣਾ ਚਾਹੀਦਾ ਹੈ ਕਿ ਇਹ ਪਿੰਡ ਜਿਹੜਾ ਹੈ ਕੈਂਸਰ ਮੁਕਤ ਪਿੰਡ ਹੈ। ਔਰ ਨਾਲ ਅਸੀਂ ਬੀਬੀਆਂ ਨੂੰ ਖਾਸ ਕਰਕੇ ਅਸੀਂ ਮੀਟਿੰਗਸ ਕਰਕੇ ਕਹਿ ਰਹੇ ਹਾਂ ਵੀ ਵੇਖੋ ਤੁਹਾਡੀਆਂ ਪਹਿਲਾਂ ਜਿਹੜੀ ਕਿਚਨ ਹੁੰਦੀ ਸੀਗੀ ਉਹ ਇੰਨੀਆਂ ਕੱਚੀਆਂ ਕਿਚਨਸ ਹੁੰਦੀਆਂ ਸੀਗੀਆਂ ਬਟ ਉਹਦੇ 'ਚ ਖਾਣਾ ਵਧੀਆ ਸੀਗਾ। ਅੱਜ ਤੁਹਾਡੀਆਂ ਕਿਚਨਸ ਪੱਕੀਆਂ ਹੋ ਗਈਆਂ ਬਟ ਉਹਦੇ ਵਿੱਚ ਖਾਣਾ ਔਰਗੈਨਿਕ ਨਹੀਂ ਹੈਗਾ। ਟੀਕੇ ਲੱਗਿਆ ਦੁੱਧ ਅਸੀਂ ਪੀ ਰਹੇ ਹਾਂ, ਸਪਰੇਅ ਕੀਤੀਆਂ ਹੋਈਆਂ ਸਬਜ਼ੀਆਂ ਦਾ ਸੇਵਨ ਅਸੀਂ ਕਰ ਰਹੇ ਹਾਂ। ਦੈਨ ਜਿਹੜੇ ਸਾਡੇ ਗ੍ਰੇਨਸ ਨੇ ਉਹਦੇ ਉੱਤੇ ਵੀ ਜ਼ਿਆਦਾ ਤੋਂ ਜ਼ਿਆਦਾ ਯੂਰੀਆ ਪੈਂਦਾ ਹੈ। ਸੋ ਵੀ ਆਰ ਐਜੂਕੇਟਿੰਗ ਦੈਮ ਕਿ ਜ਼ਿਆਦਾ ਜ਼ਰੂਰੀ ਕਿਚਨ ਨੂੰ ਪੱਕਾ ਕਰਨਾ ਨਹੀਂ ਹੈ, ਜ਼ਿਆਦਾ ਜ਼ਰੂਰੀ ਹੈ ਅਸੀਂ ਜੋ ਖਾ ਰਹੇ ਹਾਂ ਉਹਦੇ ਉੱਤੇ ਅਸੀਂ ਥੋੜ੍ਹਾ ਧਿਆਨ ਦਈਏ। ਅਤੇ ਸੋ ਇਹ ਕੋਸ਼ਿਸ਼ ਹੈ। ਇੱਕ ਕੋਸ਼ਿਸ਼ ਇਸ ਵੇਲੇ ਅਗਰ ਗੱਲ ਕੀਤੀ ਜਾਵੇ ਪੰਜਾਬ ਦੇ ਹੜ੍ਹ ਦੇ ਹਾਲਾਤ ਬਹੁਤ ਜ਼ਿਆਦਾ ਬਦ ਤੋਂ ਬਦਤਰ ਨੇ। ਕਈ ਲੋਕਾਂ ਦੇ ਘਰ ਚਲ ਗਏ ਨੇ, ਹਜੇ ਵੀ ਪਾਣੀ ਜੋ ਹੈ ਗਿਆ ਨਹੀਂ ਹੈਗਾ। ਬਹੁਤ ਥਾਵਾਂ 'ਤੇ ਹਜੇ ਵੀ ਹੜ੍ਹ ਆ ਰਹੇ ਨੇ। ਹੁਣ ਕਿਵੇਂ ਦੇਖਦੇ ਹੋ ਇਸ ਸਥਿਤੀ ਦੇ ਵਿਚਕਾਰ ਬਹੁਤ ਘੱਟ ਅਦਾਕਾਰ ਸਾਹਮਣੇ ਆਏ ਨੇ ਲੋਕਾਂ ਦੀ ਹੈਲਪ ਦੇ ਲਈ। ਕਿਤੇ ਨਾ ਕਿਤੇ ਲੋਕਾਂ ਦੇ ਮਨ ਦੇ ਵਿਚਕਾਰ ਇਹ ਹੁੰਦਾ ਕਿ ਹੁਣ ਇਸ ਵੇਲੇ ਵੀ ਅਗਰ ਕੋਈ ਸਹਾਇਤਾ ਲਈ ਨਹੀਂ ਆਇਆ, ਅੱਗੇ ਨਹੀਂ ਆਇਆ, ਬਾਂਹ ਨਹੀਂ ਫੜਦਾ, ਹੱਥ ਨਹੀਂ ਫੜਦਾ, ਫਿਰ ਮੁਸ਼ਕਿਲ ਹੈਗਾ।
ਸੋ ਬੇਸਿਕਲੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹੂੰਗੀ ਕਿ ਬਹੁਤ ਮਾੜੇ ਹਾਲਾਤ ਨੇ ਜਿਹੜੇ ਹੜ੍ਹ ਆਏ ਨੇ। ਬੇਸਿਕਲੀ ਜਦੋਂ ਤੁਸੀਂ ਨੇਚਰ ਦੇ ਨਾਲ ਛੇੜਛਾੜ ਕਰਦੇ ਹੋ ਨਾ ਤਾਂ ਨੇਚਰ ਉਸ ਦਾ ਜਵਾਬ ਤੁਹਾਨੂੰ ਦਿੰਦੀ ਹੈ। ਤੁਸੀਂ ਵੇਖੋ ਕਿੰਨੇ ਪਹਾੜ ਕੱਟੀ ਜਾਂਦੇ ਨੇ, ਕਿੰਨੇ ਦਰਿਆਵਾਂ ਨੂੰ ਛੋਟਾ ਕਰੀ ਜਾਂਦੇ ਨੇ, ਕਈ ਕਲੋਨੀਆਂ ਕੱਟੀ ਜਾਂਦੇ ਨੇ। ਦੈਟਸ ਕੁਦਰਤ ਦੇ ਨਾਲ ਖਿਲਵਾੜ ਕਰਦੇ ਨੇ, ਉਹ ਨਹੀਂ ਕਰਨਾ ਚਾਹੀਦਾ, ਨੰਬਰ 1। ਔਰ ਬਾਕੀ ਰਹੀ ਗੱਲ ਸਾਡੇ ਵੱਲੋਂ, ਸਾਡੀ ਚੈਰਿਟੀ ਵੱਲੋਂ, ਵੇਖੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪਿੰਡਾਂ ਦੇ ਵਿੱਚੋਂ ਪੱਠੇ ਜਿਹੜੇ ਹੈ ਚਾਰਾ ਜਿਹੜਾ ਆ ਗਾਈਆਂ ਵਾਸਤੇ ਪਹੁੰਚਾਈਏ, ਬਿਕਾਜ਼ ਫੂਡ ਆਲਰੇਡੀ ਬਹੁਤ ਜਾ ਚੁੱਕਿਆ ਸੀਗਾ। ਅਤੇ ਅਸੀਂ ਪਿੰਡਾਂ ਦੇ ਵਿੱਚੋਂ ਪਿੰਡ 'ਚ ਜਾਂਦੇ ਹਾਂ, ਲੋਕਾਂ ਨੂੰ ਕਹਿੰਦੇ ਹਾਂ ਇੰਨਾ ਤੁਸੀਂ ਚਾਰਾ ਉਹਨਾਂ ਵਾਸਤੇ ਰੱਖ ਲਓ, ਫਿਰ ਟਰੱਕ ਭਰ ਕੇ ਅਸੀਂ ਉੱਥੇ ਭਿਜਵਾਉਂਦੇ ਹਾਂ। ਔਰ ਨਾਲ ਹੀ ਅਸੀਂ ਇਹ ਵੀ ਕਹਿੰਦੇ ਹਾਂ ਵੀ ਤੁਸੀਂ ਪੰਜੀਰੀ ਲਾ ਦਿਓ, ਮਤਲਬ ਪਨੀਰੀ ਜਿਹੜੀ ਝੋਨਾ ਲਾਉਣ ਵਾਸਤੇ। ਸੋ ਲੋਕ ਇਹ ਲਾਉਂਦੇ ਪਏ ਨੇ। ਅਗਰ ਮੌਨਸੂਨ ਅਜਿਹਾ ਹੀ ਐਕਟਿਵ ਰਿਹਾ ਸੋਨੀਆ, ਕਿਉਂਕਿ ਆਪਾਂ ਜਦ ਆਪਾਂ ਸਿਹਤ ਦੀ ਕਿਚਨ ਦੀ ਗੱਲ ਕਰ ਰਹੇ ਨੇ, ਖਾਣ ਪੀਣ ਦੀ ਗੱਲ ਕਰ ਰਹੇ ਹਾਂ, ਆਪਾਂ ਖੇਤਾਂ ਦੀ ਗੱਲ ਕਰ ਰਹੇ ਨੇ, ਅਗਰ ਮੌਸਮ ਵਿਭਾਗ ਕਹਿ ਰਿਹਾ ਕਿ 21-22 ਤੋਂ ਬਾਅਦ ਭਾਰੀ ਮੀਂਹ ਪੈ ਸਕਦਾ, ਤਾਂ ਫਿਰ ਉਸ ਹਾਲਾਤਾਂ ਦੇ ਵਿਚਕਾਰ ਹੋਰ ਵੀ ਖਰਾਬ ਹੋ ਸਕਦੇ ਨੇ। ਫਿਰ ਇਹਨਾਂ ਹਾਲਾਤਾਂ ਦੇ ਵਿਚਕਾਰ ਕਿਸਾਨ ਜੇ ਨੇ ਖੇਤਾਂ 'ਚ ਲਾਣਗੇ ਕੀ ਅਤੇ ਉੱਗੇਗਾ ਕੀ? Yeah, that's what is a major problem right now. ਸੋ ਬੇਸਿਕਲੀ ਮੈਨੂੰ ਲੱਗਦਾ ਵੀ ਹਜੇ ਤਾਂ ਫਿਲਹਾਲ ਉਹਨਾਂ ਦੀ ਸੇਫਟੀ ਦੇਖਣੀ ਚਾਹੀਦੀ ਹੈ ਗਵਰਨਮੈਂਟ ਨੂੰ। ਉਹ ਇਲਾਕੇ ਖਾਲੀ ਕਰਵਾ ਦੇਣੇ ਚਾਹੀਦੇ ਆ। ਜਿਵੇਂ ਕਿ ਕੱਲ੍ਹ ਅਜਨਾਲੇ ਦੇ ਵਿੱਚ ਅੰਮ੍ਰਿਤਸਰ ਰਾਤ ਨੂੰ ਪਾਣੀ ਛੱਡਿਆ ਸੀਗਾ, ਅਤੇ ਹਾਂ ਉਹਨਾਂ ਨੂੰ ਹਾਈ ਅਲਰਟ ਏਰੀਆਸ ਨੂੰ ਕਹਿ ਦਿੱਤਾ ਗਿਆ ਸੀਗਾ ਕਿ ਤੁਸੀਂ ਆਪਣੇ ਘਰ ਖਾਲੀ ਕਰ ਦਿਓ। ਸੋ ਬੇਸਿਕਲੀ ਇਹ ਕਰਨਾ ਚਾਹੀਦਾ। ਬਾਕੀ ਹੁਣ ਵੇਖੋ, ਹੁਣ ਪਾਣੀ ਜਿੱਥੇ ਬਹੁਤ ਜ਼ਿਆਦਾ ਆ ਗਿਆ ਔਰ ਗਿਆ ਵੀ ਹੈ, ਉੱਥੇ ਵੀ ਬਹੁਤ ਸਾਰੀਆਂ ਬਿਮਾਰੀਆਂ ਫੈਲਣ ਦਾ ਵੀ ਹੈਗਾ ਹੈ। ਸੋ ਉੱਥੇ ਉਹ ਪੈਸਟੀਸਾਈਡਸ ਜਿਹੜੀ ਉਹ ਬਿਮਾਰੀਆਂ ਨੂੰ ਖ਼ਤਮ ਕਰ ਸਕਦੇ ਨੇ। ਔਰ ਜਿਵੇਂ ਵਿਕਰਮ ਸਿੰਘ ਸਾਨੀ ਦੀ ਸਨ ਫਾਊਂਡੇਸ਼ਨ ਵੱਲੋਂ ਵੀ ਕਾਫੀ ਸਾਰੇ ਉੱਥੇ ਸਪਰੇਅ ਭੇਜੇ ਜਾ ਰਹੇ ਨੇ, ਧੂੰਆਂ ਵੀ ਜਿਹੜਾ ਸਪਰੇਅ ਵਾਲਾ ਪੈਸਟੀਸਾਈਡਸ ਫੋਗਿੰਗ ਭੇਜੀ ਜਾ ਰਹੀ ਹੈ। ਸੋ ਇਹ ਜਿਹੀ ਹੈਲਪ ਕਰਨੀ ਚਾਹੀਦੀ ਹੈ ਸਾਰਿਆਂ ਨੂੰ। ਅੱਛਾ, ਇੱਕ ਇਹ ਵੀ ਹੈ ਜਿੱਥੇ ਤੁਹਾਡਾ ਸਿਹਤ ਮੇਲਾ ਕਰਾਇਆ ਜਾ ਰਿਹਾ। ਇਸ ਸਿਹਤ ਮੇਲੇ ਦੇ ਵਿਚਕਾਰ ਮੈਂ ਕਿਉਂਕਿ ਸੁਣ ਰਹੀ ਸੀਗੀ ਅਤੇ ਸਰ ਦੀ ਲਾਈਨ ਵੀ ਪੜ੍ਹ ਰਹੀ ਸੀਗੀ, ਉਹ ਕਹਿੰਦੇ ਸਕਿੱਲ ਡਿਵੈਲਪਮੈਂਟ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਸਾਡੇ ਬੱਚੇ ਬਾਹਰ ਜਾ ਰਹੇ ਨੇ, ਬਾਹਰਲੇ ਮੁਲਕਾਂ ਦੇ ਵਿੱਚ ਭੱਜ ਰਹੇ ਨੇ। ਲੇਕਿਨ ਹੁਣ ਇੱਕ ਹੋਰ ਚੀਜ਼ ਹੈਗੀ ਹੈ, ਆਪਾਂ ਨੌਜਵਾਨੀ ਨੂੰ ਆਪਾਂ ਜਦ ਦੇਖਦੇ ਨੇ ਨਾ, ਉਹ ਗਨ ਕਲਚਰ ਜਾਂ ਫਿਰ ਗੈਂਗਸਟਰਸ ਵੱਲ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਹੀ ਹੈ। ਸੋਸ਼ਲ ਮੀਡੀਆ ਦੇ ਵਿਚਕਾਰ ਵੱਖ-ਵੱਖ ਪੇਜਸ ਦੇ ਉੱਤੇ ਜੇ ਨੇ ਇਸ ਵੇਲੇ ਹਥਿਆਰ ਉਪਲਬਧ ਕਰਵਾਉਣ ਜਾਣ ਵਾਸਤੇ, ਭਾਵੇਂ ਦੇਸ਼ ਦੇ ਵਿਚਕਾਰ ਕਿਤੇ ਵੀ ਹੋਵੇ, ਉਹ ਕਹਿੰਦੇ ਹੋਮ ਡਿਲੀਵਰੀ ਹੋ ਜਾਊਗੀ। ਇਹਨਾਂ ਚੀਜ਼ਾਂ ਦੇ ਵਿਚਕਾਰ ਜਦ ਆਪਾਂ ਗੱਲ ਕਰਦੇ ਹਾਂ, ਕਿਉਂਕਿ ਨੌਜਵਾਨੀ ਬਚਾਉਣੀ ਵੀ ਬਹੁਤ ਜ਼ਰੂਰੀ ਹੈ, ਅੱਧੀ ਬਾਹਰ ਜਾ ਰਹੀ ਹੈ, ਅੱਧੀ ਨਸ਼ੇ ਦੇ ਵਿਚਕਾਰ ਖਤਮ ਹੈ, ਜੋ ਬਚੀ ਹੈ ਉਹਨੂੰ ਸਹੀ ਰਾਹ 'ਤੇ ਕਿਵੇਂ ਪਾਉਣਾ ਹੈ? ਸੀ ਉਹ ਡਿਪੈਂਡ ਕਰਦਾ ਤੁਹਾਡੇ ਪੇਰੈਂਟਸ 'ਤੇ ਵੀ ਤੁਸੀਂ ਆਪਣੇ ਬੱਚੇ ਵੱਲ ਕਿੰਨਾ ਕੁ ਧਿਆਨ ਦਿੰਦੇ ਹੋ। ਆਪਾਂ ਵੀ ਹਾਂ, ਅਸੀਂ ਤਾਂ ਗਨ ਕਲਚਰ ਵਾਲਾ ਟਰੈਕ ਨਹੀਂ ਹੁੰਦੇ ਪਏ। ਇਟਸ ਡਿਪੈਂਡ ਆਲ ਕਿ ਤੁਹਾਡਾ ਘਰ ਦਾ ਕਿਹੋ ਜਿਹਾ ਮਾਹੌਲ ਹੈ, ਕੀ ਹੈ। ਐਂਡ ਨੰਬਰ 1 ਜਿਹੜੇ ਗਾਣੇ ਨੇ ਨਾ, ਉਹ ਬਹੁਤ ਜ਼ਿਆਦਾ ਅਫੈਕਟ ਪਾਉਂਦੇ ਨੇ ਯੂਥ ਦੇ ਉੱਤੇ। ਬਿਕਾਜ਼ ਮੈਂ ਬਹੁਤ ਸਾਰੇ ਪੇਜਿਸ ਵੇਖੇ ਬੱਚਿਆਂ ਦੇ, ਔਰ ਉਵੇਂ ਤਾਂ ਉਹਨਾਂ ਨੇ ਗਾਤਰੇ ਪਾਏ ਹੋਏ ਨੇ ਛੋਟੇ ਛੋਟੇ ਬੱਚਿਆਂ ਨੇ, ਔਰ ਬਟ ਉਹਨਾਂ ਨੇ ਗਾਣੇ ਜਿਹੜੇ ਹੈ ਉਹ ਉਹਨਾਂ ਨੇ ਗੰਨਾਂ ਵਾਲੇ ਲਾਏ ਹੋਏ ਨੇ ਆਪਣੇ ਇੰਸਟਾਗ੍ਰਾਮ, ਛੋਟੇ ਛੋਟੇ ਬੱਚਿਆਂ ਦੇ ਇੰਸਟਾਗ੍ਰਾਮ ਪੇਜਿਸ ਨੇ, ਔਰ ਉਹਦੇ ਉੱਤੇ ਉਹਨਾਂ ਨੇ ਗਨ ਵਾਲੇ ਗਾਣੇ ਲਾਏ ਹੋਏ ਨੇ। ਐਂਡ ਆਈ ਥਿੰਕ ਸੋ ਉਹ ਗਾਣੇ ਕਾਫੀ ਹੱਦ ਤੱਕ ਉਹਨਾਂ ਨੂੰ ਪ੍ਰਭਾਵਿਤ ਕਰਦੇ ਨੇ। ਅੱਛਾ, ਕਿਵੇਂ ਵੇਖਦੇ ਹੋ ਕਿ ਇੱਕ ਆਪਾਂ ਕਹਿੰਦੇ ਜਦ ਤੱਕ ਸੋਸ਼ਲ ਮੀਡੀਆ ਦੇਖਦੇ ਨੇ ਆਪਾਂ, ਸੋਸ਼ਲ ਮੀਡੀਆ 'ਤੇ ਬਹੁਤ ਕੁਛ ਆ ਗਿਆ, ਹੁਣ ਬਲੌਗਸ ਵੀ ਬਹੁਤ ਬਣਾਉਣ ਲੱਗ ਪਏ, ਲੇਕਿਨ ਉਸ ਬਲੌਗ ਦੇ ਰਾਹੀਂ ਆਪਾਂ ਜਦ ਕਹਿੰਦੇ ਲੋਕਾਂ ਨੂੰ ਜਾਗਰੂਕ ਕਰਨਾ, ਲੇਕਿਨ ਕੁਛ ਲੋਕ ਇੱਕ ਅਜਿਹੇ ਤਰ੍ਹਾਂ ਦਾ ਆਈ ਥਿੰਕ ਸੰਸਾਰ ਬਣਾ ਰਹੇ ਆ, ਮਤਲਬ ਅਜਿਹੇ ਦਿਖਾ ਰਹੇ ਨੇ ਜੋ ਸ਼ਾਇਦ ਕਿਤੇ ਨਾ ਕਿਤੇ ਆਉਣ ਵਾਲੀ ਪੀੜ੍ਹੀ ਦੇ ਲਈ ਸਹੀ ਨਹੀਂ ਹੋਏਗਾ। ਮੰਨਦੇ ਹੋ ਇਸ ਗੱਲ ਨੂੰ? ਆਈ ਬਲੀਵ ਮੈਂ ਉਹੀ ਫਿਰ ਤੋਂ ਗੱਲ ਕਹਿਣਾ ਚਾਹੁੰਦੀ ਹਾਂ ਵੀ ਤੁਹਾਡੇ ਘਰ ਦਾ ਮਾਹੌਲ ਬਹੁਤ ਮੈਟਰ ਕਰਦਾ। ਤੁਹਾਡੇ ਆਪਣੇ ਘਰ ਦੇ ਵਿੱਚ ਤੁਸੀਂ ਸਿਖਾਉਂਦੇ ਕਿ ਉਹ ਆਪਣੇ ਬੱਚੇ ਨੂੰ, ਨੰਬਰ 1। ਅਤੇ ਮੈਂ ਇਹ ਗੱਲ ਕਹਿਣਾ ਚਾਹੂੰਗੀ, ਵੇਖੋ ਮੈਂ ਵੀ ਇਹ ਗੱਲਾਂ ਨਹੀਂ ਸਿੱਖੀਆਂ ਘਰੋਂ, ਬਟ ਮੈਨੂੰ ਹੌਲੀ ਹੌਲੀ ਇਹ ਗੱਲਾਂ ਸਮਝ ਆਈਆਂ। ਮੈਨੂੰ ਲੱਗਦਾ ਵੀ ਜਿਵੇਂ ਆਪਾਂ ਗੁਰਦੁਆਰਾ ਸਾਹਿਬ 'ਚ ਜਾਂਦੇ ਹਾਂ, ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਮੱਥਾ ਟੇਕਣਾ ਅਤੇ ਸਿਖਾਉਂਦੇ ਹਾਂ ਆਪਣੇ ਬੱਚਿਆਂ ਨੂੰ, ਬਟ ਮੈਂ ਸੋਚਦੀ ਹਾਂ ਵੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਮੈਡੀਸਿਨ ਹੈ। ਅਸੀਂ ਮੈਡੀਸਿਨ ਦੇ ਸਾਹਮਣੇ ਮੱਥਾ ਟੇਕੀ ਜਾ ਰਹੇ ਹਾਂ, ਪਰ ਉਹ ਮੈਡੀਸਿਨ ਖਾ ਨਹੀਂ ਰਹੇ। ਸੋ ਬੇਸਿਕਲੀ ਆਪਣੇ ਹਰ ਇੱਕ ਪੇਰੈਂਟ ਨੂੰ ਆਪਣੇ ਘਰ
मतलब एक टीचर रखना चाहिए ਜਿਹੜਾ ਇੰਟੈਲੈਕਚੁਅਲੀ ਔਰ ਮੈਂ ਨਹੀਂ ਕਹਿ ਸਕਦੀ ਕਿ ਬਾਬਾ ਜੀ ਰੱਖਣੇ ਚਾਹੀਦੇ ਆ, ਬਾਬਾ ਜੀ ਵੀ ਹੋਣ ਬਟ ਇੰਟੈਲੈਕਚੁਅਲੀ ਇਜ਼ ਵੈਲ ਐਜੂਕੇਟਿਡ ਐਂਡ ਯੂ ਨੋ ਦ ਮੀਨਿੰਗ ਆਫ ਗੁਰੂ ਗ੍ਰੰਥ ਸਾਹਿਬ ਐਂਡ ਵਧੀਆ ਤਰੀਕੇ ਦੇ ਨਾਲ ਮਤਲਬ ਇੱਕ ਕਲਾਸ ਮੈਨੂੰ ਲੱਗਦਾ ਹੈ ਕਿ ਸਕੂਲ ਦੇ ਨਾਲ ਨਾਲ ਇੱਕ ਕਲਾਸ ਸ਼ਾਮ ਨੂੰ ਤੁਹਾਡੀ ਇਹਦੀ ਵੀ ਹੋਣੀ ਚਾਹੀਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ, ਜਿਹਦੇ ਨਾਲ ਤੁਸੀਂ ਆਪਣੇ ਇੱਕ ਧਰਮ ਦੇ ਨਾਲ ਤਾਂ ਜੁੜੇ ਰਹਿ ਸਕਦੇ ਹੋ ਬਟ ਉਹਦੇ ਨਾਲ ਉਹਦੇ ਵਿੱਚ ਹੈ ਕੀ ਅਸਲ ਦੇ ਵਿੱਚ ਉਹ ਮਤਲਬ ਧਰਮ ਤੁਹਾਨੂੰ ਕੀ ਸਿਖਾਉਂਦਾ ਹੈ ਯੂ ਨੋ ਬਹੁਤ ਸਾਰੇ ਡੂੰਘੀ ਗੱਲ ਕਹਿ ਰਹੇ ਹੋ ਪਰ ਕਿਉਂਕਿ ਤੁਸੀਂ ਕਹਿ ਰਹੇ ਹੋ ਇੱਕ ਟੀਚਰ ਹੋਣਾ ਚਾਹੀਦਾ। ਪਹਿਲੇ ਨਾ ਅੱਜ ਆਪਣੀ ਫੈਮਿਲੀ ਸੀਗੀ ਉਹ ਛੋਟੀ ਨਹੀਂ ਸੀ, ਵੱਡੀ ਸੀ, ਵੱਡਾ ਪਰਿਵਾਰ ਹੁੰਦਾ ਸੀ, ਦਾਦੇ ਚਾਚੇ ਸਾਰੇ ਇੱਕ ਦੂਜੇ ਨੂੰ ਸਮਝਾਉਂਦੇ ਸੀਗੇ, ਵਧੀਆ ਬੱਚੇ ਪਲਦੇ ਸੀਗੇ। ਹੁਣ ਛੋਟੀ ਛੋਟੀ ਫੈਮਿਲੀ ਹੋ ਗਈ, ਜਦ ਆਪਾਂ ਕਹਿੰਦੇ ਫੈਮਿਲੀ ਛੋਟੀ ਹੁੰਦੇ ਹੁੰਦੇ ਚੱਲ ਗਈ। ਹੁਣ ਤੁਸੀਂ ਦੇਖਿਆ ਹੋਏਗਾ ਸਾਡੇ ਇੱਥੇ ਜੇ ਹੈ ਹੋਮ ਦੂਜੇ ਆ ਗਏ ਨੇ ਹੈ ਨਾ, ਬਜ਼ੁਰਗ ਕਾਫੀ ਜੇ ਹੈ ਉਹਨਾਂ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਜਾਂਦਾ। ਜਦ ਆਪਾਂ ਟੀਚਰ ਦੀ ਗੱਲ ਕਰਦੇ, ਟੀਚਰ ਤਾਂ ਸਾਡੇ ਦਾਦਾ ਦਾਦੀ ਹੀ ਹੋ ਸਕਦੇ ਸੀ। ਹੁਣ ਕੱਲ੍ਹ ਦੀ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਜਿੱਥੇ ਇੱਕ ਮਾਂ, ਕਰੋੜਪਤੀ ਬੱਚੇ ਨੇ ਲੇਕਿਨ ਮਾਂ ਨੂੰ ਉੱਥੇ ਛੱਡ ਕੇ ਭੱਜ ਗਏ ਨੇ। ਅਜਿਹੀਆਂ ਜੋ ਚੀਜ਼ਾਂ ਆਉਂਦੀਆਂ ਫਿਰ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਸਮਾਜ ਦੇ ਵਿਚਕਾਰ ਕਿਤੇ ਨਾ ਕਿਤੇ ਆਪ ਹੀ ਸਮਾਜ ਜੋ ਦੇਖ ਨਹੀਂ ਰਿਹਾ, ਪਰ ਚਾਹੁੰਦਾ ਦੇਖਣਾ ਪਰ ਦੇਖ ਨਹੀਂ ਰਿਹਾ। ਵੇਖੋ ਆਪਣੇ ਜਿਹੜੇ ਸੰਸਕਾਰ ਮੈਂ ਉਹੀ ਕਹਿ ਰਹੀ ਹਾਂ ਆਪਣੇ ਘਰ ਦੇ ਵਿੱਚੋਂ ਹੀ ਨਿਕਲਦੇ ਨੇ। ਨੰਬਰ 1 ਇੱਕ ਤਾਂ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਹੀ ਟੇਕਿਆ ਜਾ ਰਿਹਾ ਬਸ ਉਹਦੇ 'ਤੇ ਅਮਲ ਨਹੀਂ ਕੀਤਾ ਜਾ ਰਿਹਾ। ਇਟਸ ਅ ਬਿਗ ਬਹੁਤ ਵੱਡੀ ਗੱਲ ਹੈ ਕਿਉਂਕਿ ਉਹਦੇ ਵਿੱਚ ਜੋ ਲਿਖਿਆ ਉਹ ਕੋਈ ਅਮਲ ਹੀ ਨਹੀਂ ਕਰਦਾ। ਸਭ ਤੋਂ ਵੱਡੀ ਬੇਅਦਬੀ ਤਾਂ ਇਹੀ ਹੈ। ਵੇਖੋ ਕਿੰਨੇ ਗੁਰਦੁਆਰੇ ਇੱਕ ਪਿੰਡ ਦੇ ਵਿੱਚ, ਕਿੰਨੇ ਸ਼ਮਸ਼ਾਨ ਘਾਟ ਹੈ ਇੱਕ ਪਿੰਡ ਦੇ ਵਿੱਚ। ਐਜੂਕੇਸ਼ਨ ਨੂੰ ਮਹੱਤਵਤਾ ਨਹੀਂ ਦਿੱਤੀ ਜਾਂਦੀ। ਸੋ ਮੈਨੀ ਥਿੰਗਸ ਯੂ ਨੋ ਆਲ ਟੂਗੇਦਰ ਸਾਰੀਆਂ ਆਉਂਦੀਆਂ ਨੇ ਬਟ ਯੂ ਨੋ ਜਿਹੜਾ ਬੰਦਾ ਇਹ ਗੱਲ ਨੂੰ ਕਰਨਾ ਸ਼ੁਰੂ ਕਰਦਾ ਹੈ ਉਹ ਫਿਰ ਉਹਦੀ ਨਾ ਸੁਣੀ ਜਾਂਦੀ ਹੈ। ਉਹਨੂੰ ਅੱਧੇ ਲੋਕ ਮਤਲਬ ਯੂ ਨੋ ਦੇਰ ਸੋ ਮੈਨੀ ਪੀਪਲ ਜਿਹੜੇ ਧਰਮ ਦੇ ਜਥੇਦਾਰ ਹੈਗੇ ਨੇ ਬਟ ਬੇਸਿਕਲੀ ਦੇ ਆਰ ਨੋਟ ਟੀਚਿੰਗ ਅਸ ਦ ਰੀਅਲ ਐਜੂਕੇਸ਼ਨ ਜਿਹੜੀ ਹੋਣੀ ਚਾਹੀਦੀ ਧਰਮ ਦੀ। ਤੁਸੀਂ ਧਰਮ ਦੀ ਗੱਲ ਕਰਿਓ, ਤੁਸੀਂ ਲਾਸਟ ਟਾਈਮ ਵੀ ਜਦ ਗੱਲਬਾਤ ਕੀਤੀ ਸੀ ਤਾਂ ਇੱਕ ਮੁੱਦਾ ਤੁਸੀਂ ਵੀ ਚੱਕਿਆ ਸੀ ਕਿ ਕਿਉਂ ਧਰਮ ਪਰਿਵਰਤਨ ਹੋ ਰਿਹਾ। ਕਿਤੇ ਨਾ ਕਿਤੇ ਸਾਡੀ ਆਪ ਦੀ ਗਲਤੀ ਹੈਗੀ ਹੈ, ਸਾਡੀ ਆਪ ਦੀ ਗਲਤੀ ਕਰਕੇ ਲੋਕ ਧਰਮ ਪਰਿਵਰਤਨ ਕਰ ਰਹੇ। ਆਪਾਂ ਆਪਣੇ ਧਰਮ ਬਾਰੇ ਐਜੂਕੇਟ ਹੀ ਨਹੀਂ ਕਰ ਪਾ ਰਹੇ। ਆਪਾਂ ਸਿਰਫ ਮੱਥਾ ਟੇਕਣਾ ਸਿਖਾ ਰਹੇ ਹਾਂ ਆਪਣੇ ਬੱਚੇ ਨੂੰ। ਤੁਸੀਂ ਸੋਚੋ ਆਪਣੇ ਘਰ 'ਚ ਹੀ ਵੇਖ ਲਓ, ਜਦੋਂ ਸਾਡੇ ਘਰੇ ਕੋਈ ਅਖੰਡ ਪਾਠ ਅਸੀਂ ਸੁੱਖ ਲੈਂਦੇ ਹਾਂ, ਬਾਹਰ ਜਿਹੜੇ ਬੈਠੇ ਆ ਉਹ ਸੁੱਖ ਲੈਂਦੇ ਨੇ ਕਿ ਅਸੀਂ ਅਖੰਡ ਪਾਠ ਇੰਨੇ ਧਰਾਉਣੇ ਆ ਜੀ ਅਸੀਂ। ਮੈਨੂੰ ਇਹ ਦੱਸੋ ਕਿੰਨਾ ਚਿਰ ਬਾਅਦ ਤਿਵਾਰੀ ਆਉਂਦੀ ਹੈ ਗੋਲਡਨ ਟੈਂਪਲ ਦੇ ਵਿੱਚ ਅਖੰਡ ਪਾਠ ਦੀ। ਅਖੰਡ ਪਾਠ ਧਰਾਉਣ ਦਾ ਮਤਲਬ ਇਹ ਹੁੰਦਾ ਹੈ ਵੀ ਤੁਸੀਂ ਆਪ ਵੀ ਉੱਥੇ ਹਾਜ਼ਰ ਨਾਜ਼ਰ ਹੋ, ਤੁਸੀਂ ਉਹ ਪੂਰੀ ਸੇਵਾ ਨਿਭਾਓ। ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਘਰੇ ਆਉਂਦੇ ਨੇ, ਤੁਸੀਂ ਉੱਥੇ ਬਹੋ। ਆਪਾਂ ਆਪ ਤੇ ਕਿੱਟੀ ਪਾਰਟੀ ਮਨਾਉਣ ਦੇ ਹੁੰਦੇ, ਸਾਰਾ ਟੱਬਰ ਫੋਟੋਆਂ ਖਿਚਵਾ ਰਹੇ ਹੁੰਦੇ ਆ ਇਹਨੇ ਸੂਟ ਕਿਹੜਾ ਪਾਇਆ, ਉਹਨੇ ਕਿਹੜਾ ਪਾਇਆ। ਐਜ਼ ਵੀ ਆਰ ਨੋਟ ਫੋਲੋਇੰਗ ਆਲ ਦੋਜ਼ ਪ੍ਰਿੰਸੀਪਲਸ ਯੂ ਨੋ। ਅਤੇ ਫਿਰ ਉਹਦੇ ਵਿੱਚੋਂ ਨਿਕਲ ਕੇ ਇਹੀ ਕੁਛ ਹੋਣਾ ਹੈ ਜੋ ਅਸੀਂ ਇਹ ਦੇਖ ਰਹੇ ਹਾਂ ਅੱਜ। ਲਾਸਟ ਸਵਾਲ ਹੈਗਾ ਕਿਉਂਕਿ ਇੰਟਰਵਿਊ ਵੀ ਕਾਫੀ ਲੰਬਾ ਹੋ ਗਿਆ। ਆਪਾਂ ਕਾਫੀ ਚਿਰ ਤੋਂ ਜਦ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ ਤੁਹਾਡਾ ਚਿਹਰਾ ਉੱਥੇ ਆਇਆ, ਤਦ ਤੋਂ ਇੱਕ ਲੱਗੀ ਹੋਈ ਹੈ ਕਿ ਸੋਨੀਆ ਮਾਨ ਸਿਆਸੀ ਚਿਹਰਾ ਕਦ ਬਣੇਗੀ। ਬਹੁਤ ਵਾਰੀ ਅਟਕਲਾਂ ਲੱਗੀਆਂ, ਕਿਹਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਵੀ ਜਾ ਸਕਦੇ ਨੇ ਲੇਕਿਨ ਉਹ ਵੀ ਗੱਲਬਾਤ ਨਹੀਂ ਬਣ ਪਾਈ। ਤਾਂ ਕੀ ਆਪਾਂ ਆਉਣ ਵਾਲੇ ਸਮੇਂ ਦੇ ਵਿਚਕਾਰ, ਕਿਉਂਕਿ ਤੁਸੀਂ ਕਿਹਾ ਕਿ ਹੁਣ ਤੁਸੀਂ ਵਧੀਆ ਕੰਮ ਕਰਨਾ, ਲੋਕਾਂ ਲਈ ਕੰਮ ਕਰਨਾ, ਤਾਂ ਫਿਰ ਸਿਆਸਤ ਤਾਂ ਸਾਹਮਣੇ ਨਜ਼ਰ ਆਉਂਦੀ ਹੈ। ਸੀ ਬੇਸਿਕਲੀ ਰਾਈਟ ਨਾਓ ਮੈਂ ਸੋਸ਼ਲ ਵਰਕ ਕਰ ਰਹੀ ਹਾਂ ਔਰ ਮੈਂ ਇਹੀ ਕਰੂੰਗੀ। ਆਈ ਡੋਂਟ ਨੋ ਅਬਾਊਟ ਦ ਪੋਲੀਟਿਕਸ ਯੂ ਨੋ। ਜਦੋਂ ਮੈਨੂੰ ਸਹੀ ਟਾਈਮ ਲੱਗੂਗਾ ਉਦੋਂ ਮੈਂ ਸੋਚੂੰਗੀ ਪੋਲੀਟਿਕਸ ਵਾਸਤੇ। ਬਟ ਰਾਈਟ ਨਾਓ ਜਿਹੜੀਆਂ ਪਿੱਛੇ ਸਾਰੀਆਂ ਝੂਠੀਆਂ ਅਫਵਾਹਾਂ ਮੈਂ ਬਹੁਤ ਬੋਲਦੀ ਰਹੀ ਬਟ ਮੇਰੀ ਆਵਾਜ਼ ਯੂ ਨੋ ਕਿਤੇ ਨਾ ਕਿਤੇ ਦੱਬ ਦਿੱਤੀ ਗਈ ਬਿਕਾਜ਼ ਬਹੁਤ ਸਾਰੇ ਜਿੰਨੇ ਵੀ ਪੋਲੀਟੀਕਲ ਪਾਰਟੀਜ਼ ਹੁੰਦੇ ਨੇ ਇਹਨਾਂ ਦੇ ਬਹੁਤ ਸਾਰੇ IT ਸੈੱਲਸ ਹੁੰਦੇ ਨੇ ਜਿਹੜਾ ਡੀਫੇਮ ਕਰਦੇ ਨੇ ਤੁਹਾਨੂੰ ਯੂ ਨੋ। ਸੋ ਮੈਂ ਬਹੁਤ ਕਿਹਾ ਸਾਰਿਆਂ ਨੂੰ ਕਿ ਮੈਂ ਨਹੀਂ ਜੁਆਇਨ ਕਰ ਰਹੀ ਅਕਾਲੀ ਦਲ ਬਟ ਸਟਿਲ ਦੇ ਵਰ ਫੋਰਸਿੰਗ ਔਨ ਮੀ ਕਿ ਤੁਸੀਂ ਕਰ ਰਹੇ ਸੀਗੇ। ਨੋ ਮੈਂ ਉਦੋਂ ਵੀ ਕਿਹਾ ਸੀਗਾ ਮੈਂ ਅਕਾਲੀ ਦਲ ਨਹੀਂ ਜੁਆਇਨ ਕਰ ਰਹੀ। ਮੈਂ ਹੱਥ ਜੋੜੇ ਸੀਗੇ ਉਹਨਾਂ ਦੇ ਅੱਗੇ ਕਿ ਮੈਂ ਨਹੀਂ ਜੁਆਇਨ ਕਰ ਰਹੀ। ਹਾਂ ਇਹ ਜ਼ਰੂਰ ਸੀਗਾ ਕਿ ਆਈ ਵਾਜ਼ ਜੁਆਇਨਿੰਗ ਆਮ ਆਦਮੀ ਪਾਰਟੀ ਬਿਕਾਜ਼ ਮੈਨੂੰ ਉਹ ਵਧੀਆ ਲੱਗਦੀ ਸੀਗੀ ਐਂਡ ਮੈਨੂੰ ਭਗਵੰਤ ਮਾਨ ਸਾਹਿਬ ਐਂਡ ਆਈ ਮੈਟ ਮਿਸਟਰ ਕੇਜਰੀਵਾਲ ਦੈਟ ਮੂਮੈਂਟ ਆਫ ਟਾਈਮ ਐਂਡ ਆਈ ਨਿਊ ਆਈ ਵਾਜ਼ ਇਨ ਟੱਚ ਵਿਦ ਮਿਸਟਰ ਸੰਦੀਪ ਪਾਠਕ ਐਂਡ ਮੈਨੂੰ ਜੈਨੂਇਨਲੀ ਚੰਗੇ ਇਨਸਾਨ ਲੱਗੇ ਐਂਡ ਉਹਨਾਂ ਦਾ ਥੋਟ ਪੰਜਾਬ ਨੂੰ ਲੈ ਕੇ ਵਧੀਆ ਲੱਗ ਰਿਹਾ ਸੀਗਾ ਦੈਟ ਮੂਮੈਂਟ ਆਫ ਟਾਈਮ। ਐਂਡ ਉਦੋਂ ਮੈਨੂੰ ਲੱਗ ਰਿਹਾ ਸੀਗਾ ਕਿ ਹਾਂ ਦੈਟਸ ਫਾਈਨ ਜੇ ਮੈਂ ਕਿਸੇ ਪਾਰਟੀ ਨਾਲ ਜੁੜ ਕੇ ਕੰਮ ਕਰਾਂ ਹੈ ਨਾ। ਅਤੇ ਮੈਂ ਫਿਰ ਉਸ ਤੋਂ ਬਾਅਦ ਉਹ ਵੀ ਪਾਰਟੀ ਨਹੀਂ ਜੁਆਇਨ ਕੀਤੀ ਬਿਕਾਜ਼ ਸੋ ਮੈਨੀ ਪੀਪਲ ਆਰ ਲਾਈਕ ਟੋਕਿੰਗ ਕਿ ਇਹ ਤਾਂ ਜੀ ਸਿਆਸਤ ਵਾਸਤੇ ਕਰ ਰਹੀ ਹੈ, ਉਹ ਕਰ ਰਹੀ ਹੈ। ਆਈ ਸੇ ਦੈਟਸ ਫਾਈਨ। ਮੈਂ ਆਪਣੀ ਚੈਰਿਟੀ ਦੇ ਥਰੂ ਕਰ ਰਹੀ ਹਾਂ ਔਰ ਜਿੰਨਾ ਹੋ ਸਕਿਆ ਮੈਂ ਚੈਰਿਟੀ ਦੇ ਥਰੂ ਕਰੂੰਗੀ।
ਵੈਸੇ ਤੁਸੀਂ ਆਪ ਹੀ ਕਹਿੰਦੇ ਹੋ ਕਿ ਲੋਕ ਤਾਂ ਬੋਲਦੇ ਰਹਿੰਦੇ, ਲੋਕਾਂ ਦੀ ਗੱਲਾਂ ਤੇ ਧਿਆਨ ਨਹੀਂ ਦੇਣਾ ਚਾਹੀਦਾ, ਲੇਕਿਨ ਮੈਂ ਬਹੁਤ ਘੱਟ ਕੁੜੀਆਂ ਨੂੰ ਦੇਖਿਆ ਹੈਗਾ ਜੋ ਇੱਕ ਵੱਖਰੀ ਆਪਾਂ ਕਹੀਏ ਨਾ ਇੱਕ ਵੱਖਰੇ ਰਾਹ ਦੇ ਵਿਚਕਾਰ ਚੱਲਦੇ, ਉਹਨਾਂ ਵਿਚਕਾਰ ਤੁਸੀਂ ਹੋ। ਤੇ ਆਈ ਥਿੰਕ ਅਨਮੋਲ ਗਗਨ ਮਾਨ ਦੀ ਵੀ ਜਦ ਸ਼ੁਰੂਆਤ ਹੋਈ ਸੀਗੀ ਮੈਂ ਉਹਨਾਂ ਨੂੰ ਵੀ ਕਾਫੀ ਬਦਲਦੇ ਦੇਖਿਆ। ਤੇ ਜਦੋਂ ਆਪਾਂ ਦੇਖਦੇ ਨੇ ਕਿ ਕੈਲੀਬਰ ਬਹੁਤ ਹੁੰਦਾ ਲੇਕਿਨ ਸਹੀ ਰਾਹ ਦੇ ਉੱਤੇ ਚੱਲਣਾ ਤੇ ਮਾਰਗਦਰਸ਼ਨ ਕਰਨ ਵਾਲਾ ਬਹੁਤ ਘੱਟ ਮਿਲਦੇ ਨੇ। ਆਈ ਬਿਲੀਵ ਸੋ। ਮੈਂ ਪਿੰਡਾਂ 'ਚ ਜਾਂਦੀ ਹਾਂ, ਮੈਂ ਸਾਰਿਆਂ ਨੂੰ ਇਹੀ ਗੱਲ ਕਹਿੰਦੀ ਹਾਂ ਵੀ ਤੁਹਾਨੂੰ ਆਪਣੀ ਬੇਟੀਆਂ ਨੂੰ ਪੋਲੀਟਿਕਸ 'ਚ ਭੇਜਣਾ ਚਾਹੀਦਾ ਆ। ਕਿਉਂ ਨਹੀਂ ਭੇਜਦੇ ਤੁਸੀਂ ਆਪਣੇ ਯੰਗਸਟਰ ਮੁੰਡਿਆਂ ਨੂੰ, ਤੁਹਾਨੂੰ ਪਿੰਡ ਦੇ ਸਰਪੰਚ ਬਣਾਉਣਾ ਚਾਹੀਦਾ ਆ। ਕਿਉਂ ਆਪਣਾ ਯੂਥ ਬਾਹਰ ਭੇਜੇ ਜਾਂਦੇ ਹੋ? ਔਰ ਇੱਥੇ ਵੀ ਤਾਂ ਰਹਿਣਾ ਚਾਹੀਦਾ ਹੈ ਨਾ, ਨਵੇਂ ਚਿਹਰੇ ਆਉਣੇ ਚਾਹੀਦੇ ਨੇ। ਕਿਉਂ ਬਜ਼ੁਰਗ ਹੀ ਸਾਹਮਣੇ ਨੇ, ਨਵੀਂ ਪੀੜ੍ਹੀ ਆਵੇ, ਵੈਲ ਐਜੂਕੇਟਿਡ ਸਿਸਟਮ ਹੋਵੇ ਆਪਣਾ। ਔਰ ਇਨਫੈਕਟ ਵੀ ਅੰਡਰਸਟੈਂਡ ਬੈਟਰ। ਐਂਡ ਮੈਂ ਤਾਂ ਇਹੋ ਜਿਹੇ ਐਗਜ਼ਾਮਪਲਸ ਪਿੰਡਾਂ 'ਚ ਜਾ ਕੇ ਦੇ ਦਿੰਦੀ। ਮੈਂ ਕਹਿੰਦੀ ਹਾਂ ਦ ਵੇ ਵੀ ਵਰ ਲਾਈਕ ਇਨ ਕਲਾਸ, ਅਸੀਂ ਮੋਨੀਟਰ ਹੁੰਦੇ ਸੀਗੇ ਕਲਾਸ ਦੇ ਵਿੱਚ, ਟੀਚਰ ਰਿਸਪੋਂਸਿਬਿਲਿਟੀ ਲੈਂਦੀ ਸੀਗੀ ਟੂ ਮੈਨੇਜ ਅ ਕਲਾਸ। ਦ ਸੇਮ ਵੇ ਟੂ ਮੈਨੇਜ ਅ ਵਿਲੇਜ ਇਜ਼ ਅ ਸਰਪੰਚ, ਟੂ ਮੈਨੇਜ ਅ ਹੋਲ ਏਰੀਆ ਇਜ਼ ਅ MLA। ਸੋ ਤੁਸੀਂ ਇਲੈਕਟ ਕੀਤਾ ਆ, ਦੇਅਰ ਡਿਊਟੀ ਟੂ ਹੈਲਪ ਯੂ ਆਊਟ। ਐਂਡ ਆਈ ਬਿਲੀਵ ਇਟ ਵਿਲ ਟੇਕ ਟਾਈਮ ਉਹਨਾਂ ਵਾਸਤੇ ਟੂ ਅੰਡਰਸਟੈਂਡ ਦੈਟ ਆਲਸੋ। ਐਂਡ ਇਹੀ ਜੇ ਨਵਾਂ ਯੂਥ ਹੋਵੇ ਜਾਂ ਸਾਡੀ ਜਨਰੇਸ਼ਨ ਹੋਵੇ, ਦੇ ਅੰਡਰਸਟੈਂਡ ਬੈਟਰ। ਐਂਡ ਉਹਨਾਂ ਨੂੰ ਆਪਣੇ ਹੱਕਾਂ ਬਾਰੇ ਜ਼ਿਆਦਾ ਜਾਗਰੂਕਤਾ ਆ ਐਜ਼ ਕੰਪੈਰੇਟਿਵਲੀ ਸਾਡੇ ਬਜ਼ੁਰਗਾਂ ਨੂੰ, ਬਿਕਾਜ਼ ਉਹਨਾਂ ਨੂੰ ਲੱਗਦਾ ਇਹੀ ਸਭ ਕੁਛ ਨੇ। ਨੋ, ਉਹ ਸਭ ਕੁਛ ਨਹੀਂ ਨੇ। ਦੇ ਆਰ ਬਿਕਾਜ਼ ਆਫ ਯੋਰ ਵੋਟਸ। ਬਹੁਤ ਵਧੀਆ ਲੱਗਿਆ ਤੇ ਬਹੁਤ ਲੰਬੀ ਗੱਲਬਾਤ ਵੀ ਹੋਈ ਹੈ, ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ 6 ਅਗਸਤ ਨੂੰ ਅੰਮ੍ਰਿਤਸਰ ਦੇ ਵਿਖੇ ਜੇ ਹੈ ਸਿਹਤ ਮੇਲਾ ਹੋ ਰਿਹਾ ਹੈ। ਜਿਤਨੇ ਪਹੁੰਚ ਸਕਦੇ ਉਨੇ ਪਹੁੰਚੋ। ਉਸ ਦੇ ਨਾਲ ਹੀ ਜਿੱਥੇ ਦਵਾਈਆਂ ਵੀ ਦਿੱਤੀ ਜਾਣਗੀ, ਉਸ ਦੇ ਨਾਲ ਨਾਲ ਤੁਹਾਨੂੰ ਇਹ ਵੀ ਦੱਸਦਾ ਕਿ ਉੱਥੇ ਜੇ ਹੈ ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਰਾਹੀਂ ਲੋਕਾਂ ਨੂੰ ਨੌਕਰੀ ਵੀ ਦਿੱਤੀ ਜਾਣਗੀਆਂ। ਤੇ ਸਭ ਤੋਂ ਵੱਡੀ ਗੱਲ ਹੈ ਕਿ ਘਰ ਦੇ ਵਿਚਕਾਰ ਗੁਰੂ ਘਰ ਤਾਂ ਹੈਗਾ, ਅਸੀਂ ਮੱਥਾ ਤਾਂ ਜ਼ਰੂਰ ਟੇਕਦੇ, ਲੇਕਿਨ ਉਹਨਾਂ ਦੀਆਂ ਜੇ ਬਰੀਕੀਆਂ ਨੇ ਉਸ ਨੂੰ ਅਪਣਾਉਂਦੇ ਨਹੀਂ ਨੇ। ਕੈਮਰਾਮੈਨ ਦੀਪਕ ਦੇ ਨਾਲ ਨੀਰੂ ਪਿਚਰਵਾਨ, ਦੈਨਿਕ ਸਵੇਰਾ TV।